ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਲੜੀਵਾਰ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਨ ਲੱਗਿਆ, ਕਿਸੈ ਨ ਦੇਈ ਬੰਨ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਨ ਲੱਗਿਆ, ਕਿਸੈ ਨ ਦੇਈ ਬੰਨ। ਮਾਨਕ ਮੋਤੀ ਨਾਮ ਪ੍ਰਭ, ਉਣ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣ, ਜੇਤੈ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਆਪਨ ਲੀਆ ਜੇ ਮਿਲੈ, ਵਿਛੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ। ਇਹ ਪਵਿੱਤਰ ਬਚਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਮਾਝ ਵਿੱਚੋਂ 12 ਮਾਹਾਂ ਦਾ ਇਹ ਚੌਥਾ ਸ਼ਬਦ ਹੈ। ਔਰ ਜੇ ਦੇਸੀ ਸਾਲ ਮੁਤਾਬਕ ਮੰਨੀਏ ਤਾਂ ਇਹ ਤੀਸਰਾ ਮਹੀਨਾ ਹੈ। ਇੱਕ ਸਾਲ ਵਿੱਚ 6 ਰੁੱਤਾਂ ਘੁੰਮ ਕੇ ਆਉਂਦੀਆਂ ਹਨ। ਚੇਤ ਅਤੇ ਵਿਸਾਖ ਇਹਨਾਂ 2 ਮਹੀਨਿਆਂ ਦੀ ਇੱਕ ਰੁੱਤ ਹੈ, ਬਸੰਤ ਰੁੱਤ। ਚੇਤ ਅਤੇ ਵਿਸਾਖ ਦੇ ਵਿੱਚ ਠੰਡ ਘੱਟ ਜਾਂਦੀ ਹੈ, ਗਰਮੀ ਆਈ ਨਹੀਂ ਹੁੰਦੀ। ਔਰ ਪੋਹ ਮਾਘ ਦੇ ਵਿੱਚ ਜੋ ਦਰਖਤਾਂ ਦੇ ਪੱਤੇ ਸੜ ਸੁੱਕ ਜਾਂਦੇ ਆ, ਖਤਮ ਹੋ ਜਾਂਦੇ ਆ, ਰੁੰਡ ਮੁੰਡ ਹੋ ਜਾਂਦੇ ਆ ਦਰਖਤ। ਚੇਤ ਵਿਸਾਖ ਵਿੱਚ ਉਹਨਾਂ ਦੇ ਨਵੇਂ ਪੱਤੇ ਨਿਕਲਦੇ ਹਨ। ਚੇਤ ਦੀ ਆਰੰਭਤਾ ਅਤੇ ਵਿਸਾਖ ਦੇ ਐਂਡ ਤੱਕ ਬਸੰਤ ਰੁੱਤ ਚੱਲਦੀ ਹੈ। ਫਿਰ ਚੜ੍ਹਦਾ ਜੇਠ, ਅਤੇ ਜੇਠ ਵਿੱਚ ਗਰਮੀ ਆਰੰਭ ਹੋ ਜਾਂਦੀ ਹੈ। ਜਿਸ ਤਰ੍ਹਾਂ ਪੋਹ ਮਾਘ ਵਿੱਚ ਠੰਡ ਦੁੱਖ ਦਿੰਦੀ ਹੈ, ਇਸੇ ਤਰ੍ਹਾਂ ਜੇਠ ਹਾੜ੍ਹ ਵਿੱਚ ਗਰਮੀ ਵੀ ਤੇਜ਼ ਹੋ ਜਾਂਦੀ ਹੈ। ਇਹ ਗਰਮੀ ਦੀ ਰੁੱਤ ਹੈ। ਹੁਣ ਜਿਹੜਾ ਜੇਠ ਦਾ ਮਹੀਨਾ ਹੈ, ਇੱਥੇ ਜਾ ਕੇ ਫਿਰ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਹੋਰਾਂ ਨੇ, ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਬ੍ਰਾਹਮਣਾਂ ਕੋਲੋਂ ਕੋਈ ਮਹੀਨਾ ਨਹੀਂ ਸੁਣਨਾ, ਤੁਸੀਂ ਕਿਰਪਾ ਕਰੋ।
12 ਮਾਹਾਂ ਦੇ ਰਚਨ ਦਾ ਕਾਰਨ ਤਾਂ ਉਹੀ ਸੀਗਾ, ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਦੇ ਵਿੱਚ ਬਹੁਤ ਕੁਝ ਭਰ ਦਿੱਤਾ। 12 ਮਾਹਾਂ ਦੇ ਵਿੱਚ ਕੇਵਲ ਹਿੰਦੂ ਮਤ ਮੁਤਾਬਕ ਸੰਗਰਾਂਦ ਦਾ ਹੀ ਮਕਸਦ ਨਹੀਂ ਹੈ, ਇਹਦੇ ਵਿੱਚ ਬ੍ਰਹਮ ਗਿਆਨ ਵੀ ਹੈ। ਜਿੱਥੇ ਅਸੀਂ ਹਰ ਮਹੀਨਾ ਆਰੰਭ ਹੋਣ 'ਤੇ ਮਹੀਨੇ ਦਾ ਪਾਠ ਕਰਦੇ ਹਾਂ, ਪਾਠ ਸੁਣਦੇ ਹਾਂ, ਜਾਂ ਗੁਰੂ ਘਰ ਜਾ ਕੇ ਅਸੀਂ ਗ੍ਰੰਥੀ ਸਿੰਘ ਦੇ ਕੋਲੋਂ ਮਹੀਨੇ ਦਾ ਨਾਮ ਸੁਣਦੇ ਹਾਂ, ਕਿਉਂਕਿ ਬ੍ਰਾਹਮਣਾਂ ਨੇ ਰੀਤੀ ਚਲਾਈ ਸੀ ਪਹਿਲਾਂ, ਪੁਰਾਣੇ ਲੋਕਾਂ ਦੇ ਵਿੱਚ ਇਹ ਭਰਮ ਪਾਇਆ ਸੀ ਕਿ ਜਦੋਂ ਨਵਾਂ ਮਹੀਨਾ ਚੜ੍ਹੇ ਨਾ, ਕਿਸੇ ਬ੍ਰਾਹਮਣ ਦੇ ਮੁੱਖੋਂ ਸੁਣਨਾ ਚਾਹੀਦਾ, ਫਿਰ ਮਹੀਨਾ ਵਧੀਆ ਨਿਕਲਦਾ। ਅਤੇ ਬ੍ਰਾਹਮਣ ਜਿਹੜਾ ਸੀਗਾ ਉਹ ਇੱਕ ਵਾਰ ਗੁਰੂ ਘਰ ਵਿੱਚ ਦਖਲ ਦੇਣ ਦੇ ਵਾਸਤੇ ਆ ਕੇ ਮਹੀਨਾ ਸੁਣਾਉਣ ਲੱਗ ਪਿਆ। ਗੁਰੂ ਸਾਹਿਬ ਨੇ ਆਗਿਆ ਦੇਤੀ। ਕਾਫੀ ਸਮਾਂ ਇਹ ਕਥਾ ਸੁਣਾਉਂਦਾ ਰਿਹਾ ਹਰ ਮਹੀਨੇ ਆ ਕੇ, ਅਤੇ ਇੱਕ ਮਹੀਨੇ ਨਾ ਆਇਆ। ਅਤੇ ਸਿੰਘਾਂ ਨੇ ਕਿਹਾ, ਸਿੱਖਾਂ ਨੇ ਕਿਹਾ ਵੀ ਤੁਸੀਂ ਆਉਂਦੇ ਕਿਉਂ ਨਹੀਂ? ਅਤੇ ਕਹਿੰਦਾ, ਲੈ ਤੁਸੀਂ ਗੁਰੂ ਤਾਂ ਅਰਜਨ ਦੇਵ ਨੂੰ ਮੰਨਦੇ ਹੋ ਅਤੇ ਮਹੀਨਾ ਮੈਥੋਂ ਸੁਣਦੇ ਹੋ, ਇਸ ਕਰਕੇ ਮੈਂ ਨਹੀਂ ਆਉਂਦਾ। ਜਾਂ ਮੈਨੂੰ ਗੁਰੂ ਮੰਨੋ, ਮੈਨੂੰ ਮੱਥਾ ਟੇਕੋ ਸਾਰੇ। ਬਾਬਾ ਬੁੱਢਾ ਜੀ ਵਰਗੇ ਸਿਆਣੇ ਸਿੱਖ ਹੈ ਗੁਰੂ ਨਾਨਕ ਦੇ ਘਰ ਦੇ, ਉਹਨਾਂ ਨੇ ਫਿਰ ਆ ਕੇ ਬਾਬੇ ਗੁਰੂ ਅਰਜਨ ਦੇਵ ਨੂੰ ਬੇਨਤੀ ਕੀਤੀ, ਪਾਤਸ਼ਾਹ ਇਹ ਬ੍ਰਾਹਮਣ ਤਾਂ ਸਾਨੂੰ ਲੱਗਦਾ ਰਲਗੱਡ ਕਰਨ ਦਾ ਇੱਛਾ ਹੈ, ਮਕਸਦ ਹੈ। ਅਸੀਂ ਤਾਂ ਤੁਹਾਨੂੰ ਗੁਰੂ ਮੰਨਦੇ ਹਾਂ ਅਤੇ ਤੁਸੀਂ ਹੀ ਇਹ ਮਹੀਨੇ ਦਾ ਇੰਤਜ਼ਾਮ ਕਰੋ। ਫਿਰ ਗੁਰੂ ਅਰਜਨ ਨੇ 12 ਮਾਹਾਂ ਦੀ ਰਚਨਾ ਕੀਤੀ ਸੀ। ਚਲੋ ਖੈਰ, ਆਪਾਂ ਪਿਛਲੇ ਦਿਨੀ ਵਿਸਾਖ ਮਹੀਨੇ ਦੀ ਵਿਚਾਰ ਸਰਵਣ ਕੀਤੀ ਸੀ। ਅੱਜ ਆਪਾਂ ਅਗਲੇ ਸ਼ਬਦ ਜੇਠ ਦੇ ਮਹੀਨੇ ਦੀ, ਮਹੀਨਾ ਕਹਿਣਾ ਪੈਂਦਾ ਕਿਉਂਕਿ ਪ੍ਰਚਲਿਤ ਹੈ ਗੱਲ ਇਹ, ਪਰ ਅਸਲ ਵਿੱਚ ਇਹ ਤਿੱਥਾਂ ਵਾਰਾਂ ਨਾਲ ਨਹੀਂ ਜੋੜਿਆ ਗੁਰੂ ਸਾਹਿਬ ਨੇ, ਸਾਨੂੰ ਪਰਮੇਸ਼ਰ ਨਾਲ ਜੋੜਿਆ। ਤਾਂ ਫਿਰ ਜੇਠ ਦਾ ਅਰਥ ਕੀ ਹੈ? ਹਰ ਜੇਠ, ਜੇਠ ਹੁੰਦਾ ਵੱਡਾ, ਜੇਠ ਹੁੰਦਾ ਸਭ ਦਾ ਸਤਿਕਾਰਯੋਗ। ਇਸ ਕਰਕੇ ਆਓ ਉਸ ਜੇਠ ਰੂਪੀ ਪਰਮੇਸ਼ਰ ਨਾਲ ਜੁੜਨਾ ਕਰੀਏ, ਜੋ ਸਭ ਦਾ ਵੱਡਾ ਹੈ, ਸਭ ਦਾ ਸਤਿਕਾਰਯੋਗ ਹੈ, ਸਭ ਦਾ ਪੂਜਨਯੋਗ ਹੈ। ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨਾਲ ਜੁੜੀਏ, ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਾਰੀ ਦੁਨੀਆ, ਦੇਵੀ ਦੇਵਤੇ 33 ਕਰੋੜ ਸਾਰੇ ਪਰਮੇਸ਼ਰ ਦੇ ਅੰਡਰ ਹਨ। ਜਿਹਦੇ ਅੱਗੇ ਸਾਰੇ ਝੁਕਦੇ ਹੈ, ਉਹ ਸਭ ਤੋਂ ਵੱਡਾ ਹੋਇਆ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ, ਭੈ ਵਿੱਚ ਸਿੱਧ ਬੁੱਧ ਸ਼ੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਤੋ ਇਸ ਤਰ੍ਹਾਂ ਇਹ ਸਾਰੇ ਉਸ ਪਰਮੇਸ਼ਰ ਦੇ ਭੈ ਵਿੱਚ ਹੈ। ਅਤੇ ਭੈ ਦਾ ਮਤਲਬ ਇਹ ਨਹੀਂ ਕਿ ਰੱਬ ਕਿਸੇ ਨੂੰ ਡਰਾਉਂਦਾ, ਉਹ ਤਾਂ ਨਿਰਭਉ ਹੈ ਅਤੇ ਨਿਰਵੈਰ ਵੀ ਹੈ, ਉਹ ਡਰਾਉਂਦਾ ਨਹੀਂ, ਡਰਦਾ ਨਹੀਂ। ਪਰ ਹਾਂ, ਇੱਥੇ ਭੈ ਦਾ ਮਤਲਬ ਹੈ ਉਹਦੇ ਹੁਕਮ ਅੰਦਰ ਚੱਲਦੇ ਆ ਸਾਰੇ। ਜਿਵੇਂ ਘਰ ਦੇ ਵਿੱਚ ਵੱਡਾ ਭਰਾ ਜਿਹੜਾ ਹੈ ਉਹਨੂੰ ਵੀ ਜੇਠ ਕਿਹਾ ਜਾਂਦਾ। ਤਾਂ ਸਾਰੇ ਜਿਹੜਾ ਪਰਿਵਾਰ ਦੇ ਮੈਂਬਰ ਹੈ ਉਹਦੇ ਹੁਕਮ ਅੰਦਰ ਚੱਲਦੇ ਆ, ਬਈ ਜਿਵੇਂ ਤੈਨੂੰ ਵਧੀਆ ਲੱਗਦਾ ਆਪਣੇ ਘਰ ਨੂੰ ਚਲਾਉਣਾ ਕਰ। ਉਹਨੂੰ ਵੀ ਜੇਠ ਕਹਿੰਦੇ ਆ, ਵੱਡੇ ਨੂੰ। ਅਤੇ ਇਹਨਾਂ ਮਹੀਨਿਆਂ ਵਿੱਚੋਂ ਇੱਕ ਮਹੀਨਾ ਵੀ ਜੇਠ ਦਾ ਹੈ। ਤੋ ਇਹ ਜੇਠ ਦੇ ਮਹੀਨੇ ਵਿੱਚ ਕੀ ਹੁੰਦਾ, ਤੁਸੀਂ ਆਹ ਵਿਸਾਖ ਤੱਕ ਦੇਖੋਗੇ, ਚੇਤ ਚੜ੍ਹ ਗਿਆ ਅਤੇ ਚੇਤ ਤੋਂ ਬਾਅਦ ਅੱਗੇ ਵਿਸਾਖ ਚੜ੍ਹੂਗਾ। ਵਿਸਾਖ ਦੇ ਐਂਡ ਤੱਕ ਵਧੀਆ ਮੌਸਮ ਹੋਵੇਗਾ, ਨਾ ਬਹੁਤੀ ਗਰਮੀ ਹੋਵੇਗੀ, ਨਾ ਸਰਦੀ ਹੋਵੇਗੀ। ਪਰ ਜਦੋਂ ਹੀ ਜੇਠ ਆਰੰਭ ਹੋ ਗਿਆ, ਗਰਮੀ ਵਧਣੀ ਸ਼ੁਰੂ ਹੋ ਜਾਣੀ ਆ। ਉਹ ਦਰੱਖਤਾਂ ਨੇ ਵੀ ਝੁਕਣਾ ਸ਼ੁਰੂ ਹੋ ਜਾਣਾ ਕੁਮਲਾ ਕਰਕੇ ਉਹਦੇ ਅੱਗੇ। ਇਸੇ ਤਰ੍ਹਾਂ ਹੀ ਆਓ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੇਠ ਦੇ ਨਾਲ ਜੁੜਨਾ ਕਰੀਏ, ਪਰਮੇਸ਼ਰ ਨਾਲ ਜੁੜਨਾ ਕਰੀਏ, ਜੋ ਸਭ ਦਾ ਵੱਡਾ ਹੈ, ਸਭ ਦਾ ਪੂਜਨਯੋਗ ਹੈ, ਜਿਸ ਦੇ ਅੱਗੇ ਸਾਰੇ ਝੁਕਦੇ ਹਨ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਅਤੇ ਇੱਧਰ ਜੇਠ ਦਾ ਮਹੀਨਾ ਸਾਨੂੰ ਰੱਬ ਯਾਦ ਕਰਾਉਂਦਾ ਹੈ। ਕਈ ਵਾਰੀ ਅੱਜ ਕੱਲ੍ਹ ਠੰਡ ਹੈ ਤਾਂ ਅਸੀਂ ਕਹਿੰਦੇ ਹਾਂ, ਰੱਬਾ ਇਦੋਂ ਤਾਂ ਗਰਮੀ ਚੰਗੀ ਹੈ।
ਠੰਡ ਵਾਸਤੇ ਕਿੱਥੋਂ ਇੰਨਾ ਇੰਤਜ਼ਾਮ ਕਰੀਏ। ਤੇ ਗਾ ਗਰਮੀ ਵਿੱਚ ਜਾ ਕੇ ਤੁਸੀਂ ਕਹੋਗੇ ਇਦੋਂ ਤਾਂ ਠੰਡ ਚੰਗੀ ਸੀ, ਛਾਵੇਂ ਤਾਂ ਬੰਦਾ ਬਹਿ ਆਪਣਾ ਅੰਦਰ ਵੜ ਕੇ ਬਹਿ ਜੇ, ਇੰਨੀ ਗਰਮੀ ਤਪਾਤਾ। ਭਾਵ ਮਨੁੱਖ ਦੀ ਮਰਜ਼ੀ ਨਹੀਂ ਚੱਲਦੀ, ਮਰਜ਼ੀ ਤਾਂ ਪਰਮੇਸ਼ਰ ਦੀ ਚੱਲਦੀ ਆ। ਪਰ ਸਾਨੂੰ ਉਸ ਪਰਮੇਸ਼ਰ ਨਾਲ ਜੁੜਨਾ ਚਾਹੀਦਾ। 12 ਮਾਹਾਂ ਦੀ ਕਥਾ ਸੁਣਦੇ ਹਾਂ, 12 ਮਾਹਾਂ ਦਾ ਪਾਠ ਸੁਣਦੇ ਹਾਂ, ਕਰਦੇ ਹਾਂ, ਸਾਨੂੰ ਉਹ ਪਰਮੇਸ਼ਰ ਵੀ ਯਾਦ ਆਉਂਦਾ ਹੈ। ਅਤੇ ਰੀਤੀ ਰਿਵਾਜ ਬ੍ਰਾਹਮਣਾਂ ਨੇ ਚਲਾਇਆ ਸੀ, ਉਹਦੇ ਵਿੱਚੋਂ ਵੀ ਅਸੀਂ ਮੁਕਤ ਹੋ ਗਏ, ਨਿਕਲ ਗਏ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ 12 ਮਾਹਾਂ ਦੀ ਰਚਨਾ ਕੀਤੀ ਅਤੇ ਨਾਲ ਸਾਨੂੰ ਉਪਦੇਸ਼ ਦਿੱਤਾ, ਆਓ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨਾਲ ਜੁੜਨਾ ਕਰੀਏ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਾਰੇ ਝੁਕਦੇ ਹਨ। ਜੇ ਵੱਡੇ ਦੇ ਨਾਲ ਦੋਸਤੀ ਪੈ ਜਾਵੇ, ਵੱਡੇ ਨਾਲ ਜੁੜ ਜਾਈਏ, ਵੱਡੇ ਨਾਲ ਲੱਗ ਜਾਈਏ, ਤਾਂ ਫਿਰ ਉਸ ਨੂੰ ਕੋਈ ਰੋਕ ਨਹੀਂ ਸਕਦਾ, ਫੜ ਨਹੀਂ ਸਕਦਾ। ਰੇ ਰੇ ਦਰਗਹਿ ਕਹੈ ਨ ਕਉ, ਆਓ ਬੈਠ ਆਦਰ ਸੁਭ ਦੇਉ। ਤਾਂ ਗੁਰੂ ਪਿਆਰੋ, ਜੇਠ ਦਾ ਦੂਸਰਾ ਅਰਥ ਇੱਕ ਹੋਰ ਵੀ ਹੈ, ਵਿਰਾਗ। ਜ਼ਿੰਦਗੀ ਦੇ ਵਿੱਚ ਵਿਰਾਗ ਸਭ ਤੋਂ ਵੱਡੀ ਚੀਜ਼ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਹਨ, ਇਹ ਜਿਹੜਾ ਵਿਰਾਗ ਹੈ ਨਾ, ਇਹ ਤਾਂ ਰਾਜਾ ਹੈ, ਰਾਜਾ। ਬਿਰਹਾ ਬਿਰਹਾ ਆਖੀਐ ਫਰੀਦਾ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਨ। ਇਹ ਵਿਰਾਗ ਹੈ ਜਿਹੜਾ, ਇਹ ਵੀ ਵੱਡਾ ਹੈ। ਜੇ ਜ਼ਿੰਦਗੀ ਵਿੱਚ ਵਿਰਾਗ ਨਹੀਂ ਪੈਦਾ ਹੁੰਦਾ ਪਰਮੇਸ਼ਰ ਨੂੰ ਮਿਲਣ ਦਾ, ਤਾਂ ਵੀ ਸਾਡੀ ਜੀਵਨੀ ਜਿਹੜੀ ਹੈ ਅਧੂਰੀ ਹੈ, ਸਾਡਾ ਜੀਵਨ ਅਧੂਰਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਵਿਰਾਗ ਦੇ ਵਿੱਚ ਆ ਕੇ ਜਦੋਂ ਅਸੀਂ ਪਰਮੇਸ਼ਰ ਨਾਲ ਜੁੜਦੇ ਹਾਂ ਤਾਂ ਸੰਸਾਰ ਤੋਂ ਬੇਰਾਗ ਹੋ ਜਾਂਦੇ ਹਾਂ। ਭਾਵ ਸੰਸਾਰ ਦੇ ਮੋਹ ਤੋਂ ਉੱਚੇ ਉੱਠ ਜਾਂਦੇ ਹਾਂ, ਪਰਮੇਸ਼ਰ ਨਾਲ ਪ੍ਰੇਮ ਬਣਦਾ ਹੈ। ਜੇ ਅਸੀਂ ਉਸ ਪਰਮੇਸ਼ਰ ਦੇ ਚਰਨਾਂ ਨਾਲ ਲੱਗ ਜਾਈਏ ਤਾਂ ਸਾਨੂੰ ਕੋਈ ਰੋਕ ਟੋਕ ਨਹੀਂ ਸਕਦਾ। ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਆਪਾਂ ਇੱਥੇ ਸਾਖੀ ਸਾਂਝੀ ਕਰੀਏ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ। ਜਿਸ ਵੇਲੇ ਚੰਦੂ ਨੇ ਆਪਣੀ ਜਾਨ ਬਚਾਉਣ ਵਾਸਤੇ, ਕਿਉਂਕਿ ਚੰਦੂ ਨੇ ਪਾਪ ਕੀਤਾ, 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਕੀਤੀ ਆ। ਹੁਣ ਉਸ ਤੋਂ ਬਾਅਦ 5ਵੇਂ ਪਾਤਸ਼ਾਹ ਜੀ ਨੇ ਰਾਵੀ ਦੇ ਕਿਨਾਰੇ ਸਰੀਰ ਤਿਆਗਣ ਤੋਂ ਪਹਿਲਾਂ ਸਿੱਖਾਂ ਨੂੰ ਹੁਕਮ ਦਿੱਤਾ ਵੀ ਮੈਂ ਤਾਂ ਹੁਣ ਸਰੀਰ ਤਿਆਗਣ ਲੱਗਿਆ, ਮੇਰਾ ਸਮਾਂ ਸਮਾਪਤ ਹੈ। ਗੁਰਤਾ ਗੱਦੀ ਹਰਗੋਬਿੰਦ ਨੂੰ ਦੇ ਦਿਓ ਅਤੇ ਨਾਲ ਉਹਨੂੰ ਕਹਿ ਦਿਓ ਵੀ ਹੁਣ ਸ਼ਾਸਤਰ ਦਾ ਸਮਾਂ ਆ ਗਿਆ, ਹੁਣ ਕੱਲੀ ਮਾਲਾ ਨਾਲ ਕੰਮ ਨਹੀਂ ਚੱਲਣਾ। ਉਹਨੂੰ ਕਹੋ ਫੌਜਾਂ ਤਿਆਰ ਕਰੇ, ਘੋੜ ਸਵਾਰੀ ਆਦਿ ਸਭ ਕੁਝ ਤਿਆਰ ਕਰੇ। ਤਾਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਹੁਕਮ ਸੁਣ ਕਰਕੇ ਹੀ ਫਿਰ ਇਹ ਸਾਰੀਆਂ ਤਿਆਰੀਆਂ ਸ਼ੁਰੂ ਕਰਤੀਆਂ। ਅਤੇ ਚੰਦੂ ਨੂੰ ਖਤਰਾ ਪੈਦਾ ਹੋ ਗਿਆ ਬਈ ਜਿਹੜਾ ਗੁਰੂ ਅਰਜਨ ਦੇਵ ਦਾ ਪੁੱਤਰ ਇਹ ਫੌਜਾਂ ਇਕੱਠੀਆਂ ਕਰੀ ਜਾਂਦਾ ਹੈ, ਸ਼ਸਤਰਬਾਜ਼ੀ ਨੇਜੇਬਾਜ਼ੀ ਸਿੱਖੀ ਸਿਖਾਈ ਜਾਂਦਾ ਹੈ, ਇਹ ਤਾਂ ਮੈਨੂੰ ਮਾਰੂਗਾ। ਆਪਦੀ ਜਾਨ ਬਚਾਉਣ ਵਾਸਤੇ ਉਸ ਨੇ ਮੌਕੇ ਦੇ ਰਾਜੇ ਨੂੰ ਭੜਕਾਇਆ। ਅੱਜ ਵੀ ਰਾਜਨੀਤੀ ਆਹੀ ਚੱਲਦੀ ਹੈ, ਕਿਸੇ ਤੋਂ ਖਤਰਾ ਹੋਵੇ ਤਾਂ ਉਸਨੂੰ ਟੇਢੇ ਢੰਗ ਨਾਲ ਫਸਾ ਦਿੰਦੇ ਆ। ਕਹੋ ਸਤਨਾਮ ਸ੍ਰੀ, ਪਤਾ ਵੀ ਨਹੀਂ ਲੱਗਦਾ ਵੀ ਉਹਨੇ ਫਸਾਇਆ। ਅਤੇ ਚੰਦੂ ਨੇ ਗੁਰੂ ਪਿਆਰੋ ਜਹਾਂਗੀਰ ਦੇ ਕੋਲੇ ਜਾ ਕਰਕੇ ਇੱਕ ਬਾਹਮਣ ਨੂੰ ਗੰਢਿਆ, ਇੱਕ ਜੋਤਸ਼ੀ ਨੂੰ ਗੰਢਿਆ, ਮੈਂ ਤੂੰ ਜਾ ਕੇ ਕਹਿ ਦੇ ਰਾਜਾ ਸਾਹਿਬ ਤੁਹਾਡੇ 'ਤੇ 60 ਸਤੀ ਆ ਅਤੇ ਕੋਲੋਂ ਮੈਂ ਵੀ ਹਾਮੀ ਭਰ ਦੂੰਗਾ। ਜੇ ਪੁੱਛੇਗਾ ਉਹ ਕੀ ਹੁੰਦੀ ਹੈ ਫਿਰ ਮੈਂ ਸਾਰੀ ਗੱਲ ਆਪੇ ਕਰ ਲੂੰਗਾ। ਤੋ ਜਿਹੜਾ ਜੋਤਸ਼ੀ ਇਹਨਾਂ ਦਾ ਰੱਖਿਆ ਹੁੰਦਾ, ਰਾਜਿਆਂ ਦਾ ਰੱਖੇ ਹੁੰਦੇ ਆ, ਤਾਂ ਗੁਰੂ ਪਿਆਰਿਓ ਉਹ ਗਿਆ ਢਿੱਲਾ ਜਿਹਾ ਮੂੰਹ ਕਰਕੇ, ਰਾਜਾ ਸਾਹਿਬ ਤੁਹਾਡੇ 'ਤੇ ਸਮਾਂ ਮਾੜਾ ਆ ਵਾਲਾ ਹੈ। ਕਿਉਂ? ਤੁਹਾਡੇ 'ਤੇ 60 ਸਤੀ। ਉਹ ਕੀ ਹੁੰਦਾ? ਇਹ 60 ਸਤੀ ਤਾਂ ਹਿੰਦੂ ਮਤ ਦੇ ਬਣਾਏ ਪਖੰਡ ਹੈ ਨਾ। ਹੁਣ ਜਹਾਂਗੀਰ ਮੁਸਲਮਾਨ ਆ, ਉਹ ਕਹਿੰਦਾ ਉਹ ਕੀ ਹੁੰਦਾ ਜੀ? 60 ਸਤੀ 7.5 ਸਾਲ ਬੰਦੇ ਦੇ ਉੱਤੇ ਦੁੱਖ ਆਉਂਦੇ ਆ। ਅੱਛਾ, ਫਿਰ ਇਹਨਾਂ ਤੋਂ ਬਚਣ ਦਾ ਕੀ ਉਪਾਅ ਹੈ? ਬਚਣ ਦਾ ਉਪਾਅ ਤਾਂ ਜੀ ਕੋਈ ਗੁਰੂ ਹੋਵੇ, ਛਤਰੀ ਹੋਵੇ, ਰਾਜਾ ਹੋਵੇ, ਗੁਰੂ ਹੋਵੇ
ਤੇ ਉਹ ਤੁਹਾਡੇ ਵਾਸਤੇ 40 ਦਿਨ ਕਿਸੇ ਕੋਨੇ 'ਚ ਬੈਠ ਕੇ ਮਾਲਾ ਫੇਰ ਦੇਵੇ ਤਾਂ ਸਾੜ ਸਤੀ ਟਲ ਸਕਦੀ ਆ। ਫਿਰ ਇਹੋ ਜਿਹਾ ਕਿਹੜਾ ਹੋ ਸਕਦਾ? ਜਹਾਂਗੀਰ ਕਹਿੰਦਾ। ਤੇ ਕੋਲੋਂ ਚੰਦੂ ਕਹਿੰਦਾ ਜੀ ਉਹ ਤੁਹਾਡਾ ਮਿੱਤਰ ਤਾਂ ਬਣਿਆ ਹੋਇਆ ਹਰਗੋਬਿੰਦ ਸਾਹਿਬ, ਜਿਹੜਾ ਪੰਜਾਬੋਂ ਆਇਆ ਗੁਰੂ, ਤੁਹਾਡੇ ਨਾਲ ਸ਼ਿਕਾਰ ਖੇਡਣ ਜਾਂਦਾ, ਇੱਧਰ ਉੱਧਰ ਬੜਾ ਪਿਆਰ ਹੈ ਤੁਹਾਡਾ, ਉਹਨੂੰ ਕਹਿ ਦਿਓ। ਕਹਿੰਦੇ ਗੱਲ ਠੀਕ ਹੈ, ਉਹ ਤਾਂ ਮੇਰੇ ਵਾਸਤੇ ਕੰਮ ਕਰ ਦੇਣਗੇ। ਜਦੋਂ ਹਰਗੋਬਿੰਦ ਸਾਹਿਬ ਜਹਾਂਗੀਰ ਨੂੰ ਕਿਤੇ ਦੁਬਾਰਾ ਮਿਲੇ, ਜਦੋਂ ਪਾਤਸ਼ਾਹ ਉਹਦੇ ਇਲਾਕੇ 'ਚ ਗਏ ਸੀ ਦਿੱਲੀ ਆਗਰੇ ਵੱਲ, ਤਾਂ ਉਹਨੇ ਆਪਣੀ ਬੇਨਤੀ ਰੱਖੀ ਸਾਹਮਣੇ ਤੇ ਪਾਤਸ਼ਾਹ ਹੱਸ ਪਏ, ਮੁਸਕਰਾਏ, ਕਹਿੰਦੇ ਚਾਲ ਤਾਂ ਚੰਦੂ ਦੀ ਲੱਗਦੀ ਆ, ਪਰ ਕੋਈ ਨਹੀਂ। ਪਾਤਸ਼ਾਹ ਕਹਿੰਦੇ ਰਾਜਾ ਸਾਹਿਬ ਜੀ ਤੇ ਸਾੜ ਸਤੀ ਆਈ ਆ, ਉਹ ਤਾਂ ਟਲਦੀ ਨਹੀਂ, ਪਰ ਤੈਨੂੰ ਕੁਛ ਨਹੀਂ ਹੁੰਦਾ ਗਾ, ਜੇ ਤੂੰ ਕਹਿਣਾ ਤਾਂ ਮਾਲਾ ਫੇਰ ਦਿਆਂਗੇ। ਤਾਂ ਗਵਾਲੀਅਰ ਦਾ ਕਿਲ੍ਹਾ ਮਿੱਥਿਆ ਗਿਆ, ਮੰਨਿਆ ਗਿਆ। ਚੰਦੂ ਨੂੰ ਆਏ ਸੀ ਵੀ ਉੱਥੇ ਰਾਜੇ ਕੈਦ ਆ, ਵਿੱਚ ਹੀ ਇਹਨਾਂ ਨੂੰ ਬਿਠਾ ਦਿਆਂਗੇ, ਮੁੜ ਕੇ ਕੱਢਣਾ ਨਹੀਂ ਗਾ, ਬੈਠੇ ਰਹਿਣਗੇ ਅੰਦਰ। ਜਿਵੇਂ ਸਾਡੇ ਹੁਣ ਬਹੁਤ ਸਾਰੇ ਸਿੰਘ ਜਿਹੜੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਨੇ 40-40, 50-50 ਸਾਲ ਜ਼ਿੰਦਗੀ ਜੇਲ੍ਹ ਵਿੱਚ ਗਾਲ ਦਿੱਤੀ ਆ, ਹਜੇ ਤੱਕ ਛੱਡਦੇ ਨਹੀਂ। ਮਤਲਬ ਉਹੀ ਚਾਲ ਚੰਦੂ ਵਾਲੀ ਹੀ ਹੈ। ਕਹੋ ਸਤਨਾਮ ਸਿੰਘ, ਭੁੱਲਰ ਵਰਗੇ, ਹਵਾਰੇ ਵਰਗੇ ਜਿਹੜੇ ਸਿੰਘ, ਜਿਨ੍ਹਾਂ ਨੇ ਚਲੋ ਕੁਛ ਵੀ ਕੀਤਾ ਸਮੇਂ ਦੇ ਮੁਤਾਬਕ ਉਹਨਾਂ ਨੇ ਕੀਤਾ, ਸਮੇਂ ਦੀਆਂ ਸਰਕਾਰਾਂ ਨੂੰ ਚੰਗਾ ਨਹੀਂ ਲੱਗਿਆ, ਉਹਨੇ ਅੰਦਰ ਕਰਤੇ, ਤੇ ਪਰ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਹਾਲੇ ਤੱਕ। ਇਹੀ ਕਾਰਨ, ਇਹੀ ਚੀਜ਼ ਚੰਦੂ ਨੇ ਸੋਚੀ ਸੀ, ਉਹ ਇੱਕ ਵਾਰੀ ਅੰਦਰ ਭੇਜ ਦਿੰਦੇ ਆ, ਮੁੜ ਕੇ ਕੱਢਣਾ ਨਹੀਂ। ਨਾ ਜਹਾਂਗੀਰ ਨੂੰ ਕਿਸੇ ਨੇ ਯਾਦ ਕਰਾਉਣਾ, ਨਾ ਉਹਨੇ ਬਾਹਰ ਆਉਣਾ, ਨਾ ਜੇਲ੍ਹਦਾਰ ਨੇ ਆਉਣ ਦੇਣਾ। ਤੇ ਜਹਾਂਗੀਰ ਨੂੰ ਜਿਵੇਂ ਇਹਨੇ ਕਿਹਾ ਸੀ ਉਵੇਂ ਜਹਾਂਗੀਰ ਨੇ ਕਹਿਤਾ, ਤੇ ਉਹਨਾਂ ਨੂੰ ਹਰਗੋਬਿੰਦ ਸਾਹਿਬ ਜੀ ਨੂੰ ਕਹਿਤਾ। ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਚਲੇ ਗਏ। ਸਮਾਂ ਬਤੀਤ ਹੁੰਦਾ ਗਿਆ। ਉਹ ਕਿਲ੍ਹਾ ਜਿੱਥੇ ਜੇਲ੍ਹ ਸੀ, ਉੱਥੇ 52 ਕੈਦੀ ਰਾਜੇ ਸਨ। ਉਹਨਾਂ ਵਾਸਤੇ ਸਤਸੰਗ ਘਰ ਬਣ ਗਿਆ, ਰੋਜ਼ ਸਤਸੰਗ ਹੋਣ ਲੱਗੀ। ਰਾਜੇ ਦਾ ਭੇਜਿਆ ਜਿਹੜਾ ਰਾਸ਼ਨ ਹੁੰਦਾ ਸੀ, ਗੁਰੂ ਸਾਹਿਬ ਨੇ ਨਹੀਂ ਛਕਿਆ, ਨਾ ਸਿੰਘਾਂ ਨੂੰ ਛਕਣ ਦਿੱਤਾ, ਸਿੱਖਾਂ ਨੂੰ। ਉਹਦਾ ਕੜਾਹ ਪ੍ਰਸ਼ਾਦ ਬਣਾ ਕੇ ਕੈਦੀਆਂ ਨੂੰ ਛਕਾ ਦਿਆ ਕਰਨ। ਉਹ ਵੀ ਤਕੜੇ ਹੋ ਗਏ ਵਿਚਾਰੇ, ਮਸਾ ਉਹਨਾਂ ਨੂੰ ਕੁਛ ਖਾਣ ਪੀਣ ਨੂੰ ਮਿਲਣ ਲੱਗਿਆ, ਭੁੱਖੇ ਮਰਦੇ ਸੀ। 40 ਦਿਨ ਪੂਰੇ ਹੋਏ ਤੇ ਰਾਜੇ ਨੇ ਬੁਲਾਇਆ ਨਾ। ਹੁਣ ਸਿੱਖਾਂ ਨੇ ਵੀ ਮਸਾਂ 40 ਦਿਨ ਪੂਰੇ ਕੀਤੇ, ਵੀ ਕਦੋਂ 40 ਦਿਨ ਪੂਰੇ ਹੋਣ ਤੇ ਬਾਹਰ ਵਿਚਰੀਏ ਸੰਗਤਾਂ ਵਿੱਚ, ਇਹ ਤਾਂ ਬੰਨ੍ਹ ਕੇ ਬਿਠਾਤੇ ਇੱਥੇ। ਤਾਂ ਅਖੀਰ 40 ਦਿਨ, 41 ਦਿਨ, 42 ਦਿਨ ਬਤੀਤ ਹੋਏ, ਨਾ ਸਤਿਗੁਰਾਂ ਨੂੰ ਬਾਹਰ ਸੱਦਿਆ। ਇੱਧਰੋਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ, ਬਾਬਾ ਜੀ ਤੁਸੀਂ ਜਾਓ, ਉਹਨਾਂ ਨੂੰ ਬਾਹਰ ਕੱਢ ਕੇ ਲਿਆਓ, ਇਹ ਤਾਂ ਚਾਲ ਲੱਗਦੀ ਹੈ ਇਹਨਾਂ ਸਰਕਾਰਾਂ ਦੀ ਕੋਈ। ਤੇ ਬਾਬਾ ਬੁੱਢਾ ਜੀ ਪਹੁੰਚੇ, ਤੇ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਨਾਲ ਦੇ ਸਿੱਖਾਂ ਨਾਲ ਸਲਾਹ ਮਸ਼ਵਰਾ ਕੀਤਾ ਵੀ ਕੀ ਕੀਤਾ ਜਾਵੇ। ਬਾਬਾ ਬੁੱਢਾ ਜੀ ਕਹਿੰਦੇ ਹੁਣ ਅਧਿਆਤਮਕ ਸ਼ਕਤੀ ਵਰਤੋ। ਸਿੱਖ ਕਹਿੰਦੇ ਗੁਰੂ ਸਾਹਿਬ ਦਾ ਹੁਕਮ ਹੈ, ਕਰਾਮਾਤ ਵਿਖਾਉਣੀ ਨਹੀਂ, ਕਹਿੰਦੇ ਵੇਖੀ ਜਾਊਗੀ, ਉਹ ਮੈਂ ਆਪੇ ਸਾਂਭ ਲੂੰਗਾ, ਤੁਸੀਂ ਜਿਵੇਂ ਵਰਤਣੀ ਆ ਵਰਤੋ। ਤਾਂ ਫਿਰ ਉਹਨਾਂ ਵਿੱਚੋਂ 2 ਸਿੱਖਾਂ ਨੇ ਸ਼ੇਰ ਦਾ ਰੂਪ ਧਾਰਿਆ ਔਰ ਰਾਤ ਨੂੰ ਜਾ ਕਰਕੇ ਜਹਾਂਗੀਰ ਨੂੰ ਡਰਾਇਆ, ਉਹਦੀ ਛਾਤੀ 'ਤੇ ਜਾ ਚੜ੍ਹੇ। ਜਹਾਂਗੀਰ ਸੋਚਦਾ ਸ਼ਾਇਦ ਇਹੀ ਸਾੜ ਸਤੀ ਆ, ਤੇ ਬੜਾਉਂਦਾ ਹੋਇਆ ਕਹਿੰਦਾ ਬਚਾਓ ਹਰਗੋਬਿੰਦ ਸਾਹਿਬ। ਜਦੋਂ ਪਾਤਸ਼ਾਹ ਦਾ ਨਾਂ ਲਿਆ ਤੇ ਸਿੱਖ ਪਿੱਛੇ ਹਟ ਗਏ। ਜੋ ਸ਼ੇਰਾਂ ਦੇ ਰੂਪ ਧਾਰਨ ਕੀਤੇ ਹੋਏ ਸੀ, ਅਧਿਆਤਮਕ ਸ਼ਕਤੀ ਨਾਲ ਦੇਹ ਪਲਟੀ ਜਾਂਦੀ ਹੈ। ਬਹੁਤ ਸਾਰੇ ਐਸੇ ਲੋਕ ਪਹਿਲਾਂ ਹੋਏ ਆ, ਦੇਹ ਪਲਟ ਲੈਂਦੇ ਸੀ, ਜੋਗੀ ਪਲਟ ਲੈਂਦੇ ਸੀ, ਨਾਥ ਪਲਟ ਲੈਂਦੇ ਸੀ। ਤਾਂ ਖੈਰ ਸਿੱਖਾਂ ਨੇ ਵੀ ਉਸ ਸ਼ਕਤੀ ਨੂੰ ਵਰਤਿਆ, ਤੇ ਜਿਸ ਵੇਲੇ ਹਰਗੋਬਿੰਦ ਸਾਹਿਬ ਨਾਮ ਲਿਆ ਤੇ ਪਾਤਸ਼ਾਹ ਜੀ ਨੇ ਤੇ ਉਹ ਸ਼ੇਰ ਪਿੱਛੇ ਹਟ ਗਏ। ਪਰ ਇਹ ਉੱਠ ਕੇ ਬਹਿ ਗਿਆ, ਮੁੜਕੋ ਮੁੜਕੀ, ਤੇਲਿਓ ਤੇਲੀ, ਸਾਰੀ ਰਾਤ ਨੀਂਦ ਨਾ ਆਈ। ਤੜਕੇ ਕਹਿੰਦਾ ਰਾਤ ਮੈਨੂੰ ਸ਼ੇਰਾਂ ਨੇ ਨੱਪ ਲਿਆ ਸੀਗਾ, ਇਹ ਸਾੜ ਸਤੀ ਇਹੀ ਹੁੰਦੀ ਆ। ਹੋਰ ਤਕੜਾ ਪਹਿਰਾ ਕੀਤਾ, 4 ਛਪੇਰੇ ਉਸ ਕਮਰੇ ਦੇ ਜਿੱਥੇ ਸੌਂਦਾ, ਉਸ ਮਹਿਲ ਦੇ। ਪਰ ਉਹੀ ਗੱਲ, ਅੱਧੀ ਰਾਤ ਤੋਂ ਬਾਅਦ ਫਿਰ ਸ਼ੇਰ ਪਹੁੰਚ ਗਏ। ਰਾਜੇ ਨੂੰ ਫੇਰ ਡਰਾਇਆ, ਘਬਰਾ ਗਿਆ। ਤਾਂ ਗੁਰੂ ਪਿਆਰਿਓ, ਅਖੀਰ ਰਾਜਾ ਤੜਕੇ ਵੈਦਾਂ ਨੂੰ, ਹਕੀਮਾਂ ਨੂੰ, ਪੰਡਤਾਂ ਨੂੰ, ਜੋਤਸ਼ੀਆਂ ਨੂੰ ਸਾਦਾ ਵੀ ਦੱਸੋ ਇਹਦਾ ਕੀ ਕਾਰਨ ਹੈ, ਮੈਨੂੰ ਇਉਂ ਕਿਉਂ ਹੁੰਦਾ। ਕੋਈ ਕਹਿੰਦਾ ਜੀ ਉਹੀ ਸੁਪਨੇ ਆਉਂਦੇ ਹੋਣਗੇ, ਕੋਈ ਕੁਛ ਕਹਿੰਦਾ, ਕੁਛ ਕਹਿੰਦਾ। ਤੀਜੇ ਦਿਨ ਫਿਰ ਪਹੁੰਚ ਗਏ।
ਤੇ ਤੀਜੇ ਦਿਨ ਫੇਰ ਜਾ ਕੇ ਉਹਨਾਂ ਨੇ ਜੋ ਡਰਾਉਣਾ ਕੀਤਾ ਤਾਂ ਕਿਸੇ ਨੂੰ ਸਮਝ ਨਾ ਆਵੇ, ਤੇ ਅਖੀਰ ਭਾਈ ਜੇਠਾ ਜੀ ਸਤਿਗੁਰਾਂ ਦਾ ਸਿੱਖ ਵੀ ਵੈਦ ਬਣ ਕੇ ਗਿਆ। ਸਾਰੇ ਵੈਦ ਦੱਸੀ ਜਾਂਦੇ ਆ, ਇਹ ਵੈਦ ਵੀ ਗਿਆ ਵਿੱਚ ਵੈਦਾਂ ਦਾ ਰੂਪ ਧਾਰ ਕੇ ਟੈਚੀ ਹੱਥ 'ਚ ਫੜ ਲਿਆ ਦਵਾਈਆਂ ਜੀਆਂ ਵਾਲਾ। ਵਜ਼ੀਰ ਮਿਲਿਆ, ਕੋਈ ਕਹਿਣ ਲੱਗਿਆ ਕੀ ਗੱਲ ਹੈ ਰਾਜਾ ਸਾਹਿਬ ਨੂੰ, ਕਹਿੰਦੇ ਪਤਾ ਨਹੀਂ ਯਾਰ, ਸਮਝ ਨਹੀਂ ਆਉਂਦੀ। ਕਹਿੰਦੇ ਮੈਨੂੰ ਬੁਲਾਓ, ਮੈਂ ਦੱਸ ਦਿੰਦਾ। ਕਹਿੰਦੇ ਉਹ ਵੈਦ ਨੂੰ ਬੁਲਾਇਆ ਗਿਆ। ਉਹ ਵੈਦ ਕਹਿਣ ਲੱਗਿਆ ਰਾਜਾ ਸਾਹਿਬ ਗੱਲ ਤਾਂ ਬੜੀ ਤਕੜੀ ਆ। ਕਹਿੰਦਾ ਵੇਖ ਤਾਂ ਮੇਰੀ ਨਬਜ਼। ਕਹਿੰਦਾ ਨਬਜ਼ ਵੇਖਣ ਦੀ ਲੋੜ ਹੀ ਨਹੀਂ, ਤੇਰਾ ਮੂੰਹ ਦੇਖ ਕੇ ਦੱਸ ਦੂੰ ਕੀ ਹੋਇਆ ਤੈਨੂੰ। ਮੇਰਾ ਗੁਰੂ ਹੀ ਇੰਨਾ ਕਾਬਲ ਹੈ, ਕਾਮਲ ਹੈ। ਉਹ ਕਹਿਣ ਲੱਗਿਆ ਕੀ ਹੋਇਆ? ਕਹਿੰਦਾ ਇਕੱਲੇ ਨੂੰ ਦੱਸੂਗਾ। ਪਾਸੇ ਲੈ ਗਿਆ। ਕਹਿੰਦੇ ਰਾਜਾ ਸਾਹਿਬ ਇਹ ਕਰਮ ਰੋਗ ਹੈ, ਇਹ ਦਵਾਈਆਂ ਨਾਲ ਹਟਣ ਵਾਲਾ ਨਹੀਂ ਹੈਗਾ। ਕਰਮ ਰੋਗ ਹੈ, ਉਹ ਕੀ ਹੁੰਦਾ? ਕਹਿੰਦੇ ਮਾੜੇ ਕਰਮ ਕੀਤੇ ਹੋਣ। ਕਹਿੰਦੇ ਫਿਰ ਕਿਹੜਾ ਕਰਮ ਹੈ ਇਹ? ਕਹਿੰਦੇ ਰਾਜਾ ਸਾਹਿਬ ਤੂੰ ਕਿਸੇ ਮਹਾਂਪੁਰਸ਼ ਨੂੰ ਦੁੱਖ ਦਿੱਤਾ ਹੋਣਾ। ਕਹਿੰਦੇ ਨਹੀਂ। ਕਹਿੰਦੇ ਜਿਹੜਾ ਗਵਾਲੀਅਰ ਦੇ ਕਿਲ੍ਹੇ 'ਚ ਗੁਰੂ ਬੈਠਾ ਹੈਗਾ ਉਹਨੂੰ ਕਿੰਨੇ ਦਿਨ ਹੋ ਗਏ ਨੂੰ? ਕਹਿੰਦਾ 40 ਦਿਨ। 42 ਦਿਨ ਹੋ ਗਏ। ਕਹਿੰਦੇ 42 ਦਿਨ ਹੋ ਗਏ। ਹਾਂ, ਤੇ ਫਿਰ ਕਿੰਨੇ ਦਿਨਾਂ ਦੀ ਗੱਲ ਹੋਈ ਸੀ? 40 ਦਿਨਾਂ ਦੀ। ਤੇ ਉਹਨੂੰ ਬਾਹਰ ਕਿਉਂ ਨਹੀਂ ਕੱਢਿਆ ਹਜੇ ਤੱਕ? ਇਹੀ ਕਰਮ ਰੋਗ ਹੈ ਤੇਰਾ। ਜਿੰਨਾ ਚਿਰ ਤੂੰ ਉਹਨੂੰ ਬਾਹਰ ਨਹੀਂ ਕੱਢਦਾ ਉਹਨਾਂ ਚਿਰ ਸ਼ਹਿਰ ਤੇਰਾ ਖਹਿੜਾ ਨਹੀਂ ਛੱਡਦੇ ਤੇ ਤੂੰ ਮਰੇਂਗਾ ਆਖਿਰ। ਜਾਂ ਹੱਲ ਕਰ ਉਹਨੂੰ ਬਾਹਰ ਬੁਲਾ, ਇਹੀ ਇਲਾਜ ਹੈ ਤੇਰਾ। ਉਸੇ ਵੇਲੇ ਜਹਾਂਗੀਰ ਵਜ਼ੀਰਾਂ ਨਾਲ ਸਲਾਹ ਕਰਦਾ ਵੀ ਜਾਓ ਗੁਰੂ ਸਾਹਿਬ ਨੂੰ ਸੱਦ ਕੇ ਲਿਆਓ ਭਾਈ ਬਾਹਰੋਂ, ਹਰਗੋਬਿੰਦ ਸਾਹਿਬ ਨੂੰ। ਜਦੋਂ ਸੱਦਣ ਵਾਸਤੇ ਗਿਆ ਭਾਈ ਵਜ਼ੀਰ ਖਾਂ, ਉਹਦਾ ਨਾਮ ਵੀ ਵਜ਼ੀਰ ਖਾਂ ਹੈ, ਵਜ਼ੀਰ ਹੈ ਉਹ। ਔਰ ਗੁਰੂ ਘਰ ਨਾਲ ਬੜੀ ਦੋਸਤੀ ਸੀ ਵਜ਼ੀਰ ਖਾਂ ਦੀ, ਕਿਉਂਕਿ ਇਹਦਾ ਜਲੋਧਰ ਦਾ ਰੋਗ 5ਵੇਂ ਪਾਤਸ਼ਾਹ ਜੀ ਨੇ ਹਟਾਇਆ ਸੀ। ਉਹਦਾ ਇਹ ਗੁਰੂ ਕਾ ਸਿੱਖ ਬਣਿਆ ਹੋਇਆ ਸੀ। ਕੋ ਸਤਨਾਮ ਸ੍ਰੀ। ਇਹ ਬੁਲਾਉਣ ਵਾਸਤੇ ਗਿਆ ਤੇ ਜਦੋਂ ਪਾਤਸ਼ਾਹ ਨੇ ਚੱਲਣ ਦਾ ਇਰਾਦਾ ਕੀਤਾ ਤਾਂ ਸਾਰੇ ਰਾਜੇ ਕੈਦੀ ਮਿੰਨਤਾਂ ਕਰਨ ਲੱਗੇ, ਪਾਤਸ਼ਾਹ ਸਾਨੂੰ ਵੀ ਲੈ ਜਾਓ ਨਹੀਂ ਤਾਂ ਅਸੀਂ ਇੱਥੇ ਹੀ ਮਰ ਜਾਵਾਂਗੇ। ਤੁਹਾਡੇ ਆਉਣ ਕਰਕੇ ਤਾਂ ਇੱਥੇ ਰਚਨਾ ਹੀ ਹੋਰ ਬਣ ਗਈ ਸੀ, ਸਾਨੂੰ ਇਹ ਜੇਲ੍ਹ ਹੀ ਨਹੀਂ ਲੱਗਦੀ ਸੀ। ਜਾਂ ਤੁਸੀਂ ਇੱਥੇ ਰਹੋ ਜਾਂ ਸਾਨੂੰ ਵੀ ਲੈ ਕੇ ਚੱਲੋ। ਤੇ ਪਾਤਸ਼ਾਹ ਕਹਿੰਦੇ ਮੈਂ ਜਾਂਦਾ ਹੀ ਨਹੀਂ, ਬੈਠੇ ਆਪਾਂ ਇੱਥੇ, ਆਪਾਂ ਨੂੰ ਕਿਹੜਾ ਕੋਈ ਦੁੱਖ ਹੈ। ਪਾਤਸ਼ਾਹ ਬੈਠ ਗਏ। ਵਜ਼ੀਰ ਖਾਂ ਮੁੜਿਆ, ਕਹਿੰਦਾ ਜੀ ਉਹ ਨਹੀਂ ਆਉਂਦੇ। ਕਹਿੰਦੇ ਕਿਉਂ? ਉਹ ਕਹਿੰਦੇ ਵੀ ਜਾਂ ਤਾਂ ਕੈਦੀ ਬਾਹਰ ਕੱਢਣੇ ਪੈਣਗੇ ਤੇ ਜਾਂ ਫਿਰ ਮੈਂ ਵੀ ਨਹੀਂ ਜਾਂਦਾ। ਹੁਣ ਜੇ ਪਾਤਸ਼ਾਹ ਬਾਹਰ ਨਹੀਂ ਆਉਂਦੇ ਤੇ ਰਾਜੇ ਨੂੰ ਸ਼ੇਰ ਖਾਂਦੇ ਆ। ਤੇ ਕਹਿਣ ਲੱਗਿਆ ਰਾਜਾ ਵੀ ਇੱਦਾਂ ਕਰੋ ਫਿਰ, ਮੈਂ ਤਾਂ ਕੈਦੀ ਮਸਾਂ ਕੀਤੇ ਸੀ ਕੈਦ, ਉਹਨਾਂ ਦੀਆਂ ਜ਼ਮੀਨਾਂ ਖੋਹੀਆਂ, ਉਹਨਾਂ ਦੇ ਰਾਜ ਖੋਹੇ ਹੈ ਤੇ ਬਾਹਰ ਆ ਕੇ ਉਹ ਲੜਾਈਆਂ ਕਰਨਗੇ। ਐਂ ਕਰੋ ਜਿੰਨੇ ਕੈਦੀ ਉਹਨਾਂ ਦਾ ਪੱਲਾ ਫੜ ਕੇ ਨਿਕਲ ਜਾਣਗੇ ਓਨਿਆਂ ਕੁ ਨੂੰ ਛੱਡ ਦਿਓ। ਤੇ ਗੁਰੂ ਪਿਆਰੋ ਜਦੋਂ ਇਹ ਸਲਾਹ ਮਸ਼ਵਰਾ ਹੋਈ, ਵਜ਼ੀਰ ਖਾਂ ਨੇ ਸਮਝਾਇਆ ਰਾਜਾ ਸਾਹਿਬ ਕੈਦੀਆਂ ਦਾ ਕੀ ਕਰੇਗਾ ਜੇ ਤੇਰੀ ਮੌਤ ਹੋ ਗਈ? ਆਪ ਮਰੇ ਜੱਗ ਪਰ ਲਓ, ਫਿਰ ਤਾਂ ਤੇਰੇ ਰਾਜ ਵੀ ਇੱਥੇ ਰਹਿ ਜਾਣਗੇ, ਕੈਦੀ ਵੀ ਇੱਥੇ ਰਹਿ ਜਾਣਗੇ, ਜਦ ਤੂੰ ਹੀ ਮਰ ਗਿਆ। ਕਹਿਣ ਲੱਗੇ ਚੱਲ ਠੀਕ ਹੈ, ਜਿੰਨੇ ਕੁ ਪੱਲਾ ਫੜ ਕੇ ਨਿਕਲਦੀ ਆ ਉਹਨਾਂ ਨੂੰ ਛੱਡ ਦਿਓ। ਇਹ ਸਲਾਹ ਮਸ਼ਵਰਾ ਹੋਇਆ। ਵੈਸੇ ਕਹਾਣੀਆਂ ਤਾਂ ਵਿਚਾਲੇ ਹੋਰ ਬਹੁਤ ਹੈ। ਚੰਦੂ ਨੇ ਇੱਕ ਚੋਲਾ ਵੀ ਭੇਜਿਆ ਜ਼ਹਿਰ ਲਾ ਕੇ, ਪਰ ਪਾਤਸ਼ਾਹ ਜੀ ਨੇ ਉਹ ਨਹੀਂ ਪਾਇਆ। ਪਤਾ ਲੱਗ ਗਿਆ ਵੀ ਇਹਨੂੰ ਜ਼ਹਿਰ ਲੱਗਿਆ ਹੋਇਆ। ਹੋਰ ਵੀ ਕੋਸ਼ਿਸ਼ਾਂ ਕੀਤੀਆਂ ਜੇਲਰ ਦੇ ਨਾਲ ਮਿਲ ਕੇ, ਪਰ ਜੇਲਰ ਵੀ ਗਾਂ ਗੁਰੂ ਸਾਹਿਬ ਦਾ ਸਿੱਖ ਬਣ ਚੁੱਕਿਆ ਸੀਗਾ। ਤਾਂ ਹੁਣ ਕੀ ਹੋਇਆ? ਗੁਰੂ ਪਿਆਰਿਓ ਜਦੋਂ ਪਾਤਸ਼ਾਹ ਜੀ ਨੂੰ ਇਹ ਜਾ ਕੇ ਬੇਨਤੀ ਕੀਤੀ, ਜੀ ਤੁਸੀਂ ਐਂ ਕਰੋ ਜਿੰਨੇ ਕੁ ਤੁਹਾਡਾ ਚੋਲਾ ਫੜ ਕੇ ਪੱਲਾ ਫੜ ਕੇ ਨਿਕਲ ਜਾਣਗੇ ਉਹਨਾਂ ਕੋਲ ਲੈ ਜਾਓ। ਕਹਿਣ ਲੱਗੇ ਠੀਕ ਆ। ਚੋਲਾ ਤਿਆਰ ਕੀਤਾ ਗਿਆ। 52 ਰਾਜੇ ਸੀਗੇ, 52 ਕਲੀਆਂ ਵਾਲਾ ਚੋਲਾ ਤਿਆਰ ਕੀਤਾ ਗਿਆ। ਤੇ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਅੰਦਰੋਂ ਨਿਕਲਣਾ ਸੀ, ਉਹਨਾਂ ਸਾਰਿਆਂ ਨੂੰ ਥੰਮਾਂ ਦੇ ਨਾਲੋਂ ਖੋਲ੍ਹਿਆ ਗਿਆ। ਪੈਰਾਂ ਵਿੱਚ ਬੇੜੀਆਂ, ਹੱਥਾਂ 'ਚ ਹੱਥ ਘੜੀਆਂ। ਉਹਨਾਂ ਨੇ ਪੱਲੇ ਫੜਾ ਕੇ ਸਤਿਗੁਰਾਂ ਨੇ ਬਾਹਰ ਕੱਢਿਆ ਔਰ ਫਿਰ ਬਾਹਰ ਲਿਆ ਕੇ ਹਰੀਦਾਸ ਜੇਲਰ ਨੇ, ਦਰੋਗੇ ਨੇ ਉਹਨਾਂ ਦੀਆਂ ਬੇੜੀਆਂ ਤੜਵਾਈਆਂ, ਉਹਨਾਂ ਦੀਆਂ ਹੱਥ ਘੜੀਆਂ ਖੋਲ੍ਹੀਆਂ ਤੇ ਉਹਨਾਂ ਸਾਰਿਆਂ ਰਾਜਿਆਂ ਨੂੰ ਪਾਤਸ਼ਾਹ ਜੀ ਲੈ ਕੇ ਆ ਗਏ। ਮੈਂ ਗੱਲ ਕੀਤੀ ਸੀ ਹਰ ਜੇਠ ਜੁਲੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜੇ ਮਾਲਕ ਦਾ ਪੱਲਾ ਫੜ ਲਈਏ ਤਾਂ ਸਾਨੂੰ ਕੋਈ ਵੀ ਬੰਨ ਨਹੀਂ ਸਕਦਾ। ਜਿਵੇਂ ਉਹ 52 ਕੈਦੀ ਛੁੱਟ ਗਏ। ਕਹੋ ਸਤਨਾਮ ਸ੍ਰੀ। ਗੁਰੂ ਦਾ ਪੱਲਾ ਫੜ ਕੇ, ਗੁਰੂ ਦੇ ਲੜ ਲੱਗ ਕੇ
ਇਸੇ ਤਰ੍ਹਾਂ ਆਓ ਆਪਾਂ ਵੀ ਉਸ ਗੁਰੂ ਦੇ ਲੜ ਲੱਗੀਏ। ਤੇ ਫਿਰ ਗੁਰੂ ਪਾਤਸ਼ਾਹ ਉਹਨਾਂ 52 ਕੈਦੀਆਂ ਲੈ ਕੇ ਜਹਾਂਗੀਰ ਦੇ ਕੋਲ ਦਿੱਲੀ ਆਉਂਦੇ ਆ। ਹਰੀਦਾਸ ਦਰੋਗਾ ਉਹਨਾਂ ਨੂੰ ਲੈ ਕੇ ਦਿੱਲੀ ਆਉਂਦਾ। ਗੁਰੂ ਸਾਹਿਬ ਆਪਣੇ ਸਿੱਖਾਂ ਦੇ ਨਾਲ ਆਉਂਦੇ ਆ। ਕਹਿੰਦੇ ਬਾਹਰ ਆ ਕੇ ਸਤਿਗੁਰਾਂ ਨੇ ਬਾਬੇ ਬੁੱਢੇ ਨੂੰ ਪੁੱਛਿਆ, ਸਿੱਖਾਂ ਨੂੰ ਪੁੱਛਿਆ ਵੀ ਤੁਸੀਂ ਕਰਾਮਾਤ ਕਿਉਂ ਵਿਖਾਈ ਬਈ? ਸਿੱਖ ਕਹਿੰਦੇ ਜੀ ਸਾਨੂੰ ਤਾਂ ਬਾਬੇ ਬੁੱਢੇ ਨੇ ਕਿਹਾ ਸੀਗਾ। ਕਿਉਂ ਬਾਬਾ ਜੀ? ਇਹ ਗੁਰੂ ਘਰ 'ਚ ਕਰਾਮਾਤ ਵਿਖਾਉਣ ਦਾ ਹੁਕਮ ਨਹੀਂ ਹੈਗਾ, ਤੁਸੀਂ ਕਿਉਂ ਵਿਖਾਈ? ਕਹਿੰਦੇ ਜੀ ਅਸੀਂ ਕਾਹਨੂੰ ਵਿਖਾਈ ਆ, ਸਾਨੂੰ ਮਾਤਾ ਗੰਗਾ ਜੀ ਨੇ ਕਿਹਾ ਸੀਗਾ ਵੀ ਜਾ ਕੇ ਜੋ ਮਰਜ਼ੀ ਸ਼ਕਤੀ ਵਰਤੋ, ਉਹਨਾਂ ਨੂੰ ਬਾਹਰ ਕੱਢ ਕੇ ਲਿਆਓ। ਕਹੋ ਸਤਨਾਮ ਸੀ। ਇਸ ਤਾਂ ਮਾਤਾ ਗੰਗਾ ਦਾ ਹੁਕਮ ਬਜਾਇਆ ਜੀ। ਭੁੱਖੇ ਪਾਤਸ਼ਾਹ ਚੁੱਪ ਕਰ ਗਏ ਮਾਤਾ ਜੀ ਦੇ ਨਾਂ 'ਤੇ। ਉਸ ਤੋਂ ਬਾਅਦ ਰਾਜੇ ਕੋਲ ਆਏ। ਉਹਨਾਂ 52 ਰਾਜਿਆਂ ਨੂੰ ਉਹਨਾਂ ਦੇ ਰਾਜ ਵੀ ਵਾਪਸ ਦਿੱਤੇ, ਉਹਨਾਂ ਨੂੰ ਝੰਡਾ ਵੀ ਦਿੱਤਾ, ਨਿਸ਼ਾਨ ਵੀ ਦਿੱਤਾ, ਔਰ ਉਹਨਾਂ ਨੂੰ ਘੋੜਸਵਾਰ ਨਾਲ ਵਜ਼ੀਰ ਵੀ ਦਿੱਤੇ, ਔਰ ਵਾਪਸ ਉਹਨਾਂ ਨੂੰ ਰਾਜ ਭਾਗ ਦਿੱਤੇ। ਅਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਲੜਾਈ ਨਹੀਂ ਕਰਨੀ ਰਾਜੇ ਨਾਲ। ਦੇਖੋ ਰਾਜੇ ਨੇ ਤੁਹਾਨੂੰ ਛੱਡ ਦਿੱਤਾ ਹੈ ਔਰ ਸ਼ਾਂਤੀ ਨਾਲ ਬਹਿ ਕੇ ਰਾਜ ਕਰਨਾ ਹੈ। ਉਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਕਹਿੰਦੇ ਆ। ਅਤੇ ਆਪਾਂ ਵੀ ਸੰਸਾਰ ਵਿੱਚ ਬੰਧਨ ਵਿੱਚ ਹਾਂ, ਸਾਡੀਆਂ ਬੰਦੀਆਂ ਵੀ ਗੁਰੂ ਤੋੜ ਸਕਦਾ। ਅੱਜ ਦਾ ਜੋ ਸ਼ਬਦ ਆਪਾਂ ਪੜ੍ਹ ਰਹੇ ਹਾਂ, ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਜਿਹਦੇ ਅੱਗੇ ਸਾਰੀ ਦੁਨੀਆ ਝੁਕਦੀ ਹੈ, ਉਹਦੇ ਅੱਗੇ ਸਾਨੂੰ ਵੀ ਝੁਕਣਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਤਾਂ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਦੇ ਅੱਗੇ ਸਾਰੇ ਝੁਕਦੇ ਆ, ਉਹਦੇ ਅੱਗੇ ਸਾਨੂੰ ਵੀ ਝੁਕਣਾ ਚਾਹੀਦਾ, ਗੁਰੂ ਦੇ ਅੱਗੇ, ਪਰਮੇਸ਼ਰ ਦੇ ਅੱਗੇ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜੇ ਇਹੋ ਜਿਹੇ ਮਾਲਕ ਦੇ ਲੜ ਲੱਗ ਜਾਈਏ, ਰੇ ਰੇ ਦਰਗਹਿ ਕਹੈ ਨਾ ਕਹੂ। ਨਾ ਤੁਹਾਨੂੰ ਕੋਈ ਇੱਥੇ ਰੋਕ ਸਕਦਾ, ਨਾ ਦਰਗਾਹ 'ਚ ਰੋਕ ਸਕਦਾ। ਆਓ ਬੈਠ, ਆਦਰ ਸੁਭ ਦਿਓ, ਸਾਰੇ ਸਤਿਕਾਰ ਕਰਨਗੇ। ਪਰ ਗੁਰੂ ਦੇ ਨਾਲ ਜੁੜ ਕੇ, ਗੁਰੂ ਦੇ ਪਿਆਰਿਆਂ ਦਾ ਸਤਿਕਾਰ ਕਰਕੇ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜੇ ਅਸੀਂ ਉਸ ਮਾਲਕ ਦੇ ਲੜ ਲੱਗ ਜਾਈਏ, ਸਾਨੂੰ ਕੋਈ ਬੰਨ੍ਹ ਨਹੀਂ ਸਕਦਾ। ਸਿੱਖੋ, ਤੁਹਾਡੀ ਮਾਇਆ ਤਾਂ ਚੋਰੀ ਹੋ ਸਕਦੀ ਹੈ, ਤੁਹਾਡਾ ਪੈਸਾ ਚੋਰੀ ਹੋ ਸਕਦਾ ਹੈ, ਤੁਹਾਡੀਆਂ ਵਸਤੂਆਂ ਖਤਮ ਹੋ ਸਕਦੀਆਂ, ਕਿਉਂਕਿ ਬੰਦੇ 'ਤੇ ਕਦੇ ਅਮੀਰੀ ਹੁੰਦੀ ਹੈ, ਕਦੇ ਗਰੀਬੀ ਵੀ ਆ ਜਾਂਦੀ ਹੈ, ਕੰਗਾਲੀ ਵੀ ਆ ਸਕਦੀ ਹੈ। ਇਹ ਅਮੀਰੀ ਗਰੀਬੀ, ਇਹ ਪੈਸਾ, ਇਹ ਤਾਂ ਧੁੱਪ ਛਾਂ ਦੀ ਤਰ੍ਹਾਂ ਆਉਂਦਾ ਜਾਂਦਾ ਰਹਿੰਦਾ ਬੰਦੇ ਕੋਲ। ਬੰਦੇ ਨੂੰ ਇਸ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਪਰ ਹਾਂ, ਇੱਕ ਚੀਜ਼ ਹੈ ਜਿਹੜੀ ਕਦੇ ਖਤਮ ਨਹੀਂ ਹੋ ਸਕਦੀ, ਉਹ ਹੈ ਪਰਮੇਸ਼ਰ ਦਾ ਨਾਮ। ਮਾਨਕ ਮੋਤੀ ਨਾਮ ਪ੍ਰਭ। ਆਓ ਆਪਾਂ ਪਰਮੇਸ਼ਰ ਦਾ ਨਾਮ ਇਕੱਠਾ ਕਰੀਏ, ਜੋ ਹੀਰੇ ਜਵਾਹਰਾਤ ਮੋਤੀਆਂ ਤੋਂ ਵੀ ਮਹਿੰਗਾ ਹੈ। ਮਾਨਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਸੰਨ ਹੁੰਦਾ ਕੰਧ ਭੰਨ ਕੇ ਚੋਰੀ ਕਰਨੀ, ਪਾੜ ਲਾਉਣਾ। ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਕੋਈ ਪਾੜ ਲਾ ਕੇ ਖੋਹ ਨਹੀਂ ਸਕਦਾ ਤੁਹਾਡੇ ਕੋਲੋਂ, ਸੰਨ ਨਹੀਂ ਲਾ ਸਕਦਾ, ਕੋਈ ਖੋਹ ਨਹੀਂ ਸਕਦਾ। ਫਿਰ ਕਿਉਂ ਨਾ ਉਸ ਪਰਮੇਸ਼ਰ ਦਾ ਨਾਮ ਜਪਿਆ ਜਾਵੇ। ਰੰਗ ਸਭੇ ਨਾਰਾਇਣ, ਇਹ ਸਾਰੇ ਪਰਮੇਸ਼ਰ ਦੇ ਰੰਗ ਹਨ। ਸਿੱਖੋ, ਗਰੀਬੀ ਅਮੀਰੀ ਇਹ ਪਰਮੇਸ਼ਰ ਦੇ ਰੰਗ ਹੈ। ਕਈ ਵਾਰੀ ਮਨੁੱਖ ਆਪਣੇ ਪੈਸੇ ਨੂੰ ਦੇਖ ਕੇ ਹੰਕਾਰ ਕਰਦਾ ਹੈ, ਪਰ ਇਹ ਪਰਮੇਸ਼ਰ ਦੇ ਰੰਗ ਸਮਝੋ। ਕਿਸੇ ਨੂੰ ਗਰੀਬੀ 'ਚ ਰੱਖਿਆ, ਕਿਸੇ ਨੂੰ ਅਮੀਰੀ 'ਚ ਰੱਖਿਆ। ਰੰਗ ਸਭੇ ਨਾਰਾਇਣ, ਇਹਨਾਂ ਨੂੰ ਪਰਮੇਸ਼ਰ ਦੇ ਰੰਗ ਜਾਣੋ। ਜੇਤੇ ਮਨ ਪਾਵਨ, ਜਿੰਨੇ ਵੀ ਪਰਮੇਸ਼ਰ ਦੇ ਰੰਗ ਹਨ, ਪਰਮੇਸ਼ਰ ਦੇ ਕੌਤਕ ਹਨ। ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਪਰਮੇਸ਼ਰ ਦੇ ਭੇਜੇ ਹੋਏ ਹਨ, ਔਰ ਇਹਨਾਂ ਨੂੰ ਲੈ ਕਰਕੇ ਮਨੁੱਖ ਨੂੰ ਖੁਸ਼ ਹੋਣਾ ਚਾਹੀਦਾ। ਵਾਹਿਗੁਰੂ ਕੌਤਕ ਕਰਦਾ ਹੈ। ਰਜੋ ਤਮੋ ਸਤੋ, ਇਹਨਾਂ ਗੁਣਾਂ ਦੇ ਵਿੱਚ ਮਨੁੱਖਾਂ ਨੂੰ ਪੈਦਾ ਕੀਤਾ ਹੈ। ਇਸ ਤਰ੍ਹਾਂ 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 ਦੇ ਲੋਕ ਪੈਦਾ ਕੀਤੇ ਪਰਮੇਸ਼ਰ ਨੇ, ਰੰਗੀ ਰੰਗੀ ਭਾਂਤੀ ਕਰ ਕਰ। ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਕਹਿੰਦੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਰੰਗ ਹਨ ਸਾਰੇ। ਕਿਤੇ ਗਰੀਬੀ ਹੈ, ਕਿਤੇ ਅਮੀਰੀ ਹੈ, ਕਿਤੇ ਪ੍ਰੇਮਾ ਭਗਤੀ ਹੈ, ਕਿਤੇ ਕ੍ਰੋਧ ਹੈ, ਕਿਤੇ ਗੁੱਸਾ ਹੈ, ਕਿਤੇ ਕੁਛ ਹੈ, ਕਿਤੇ ਕੁਛ ਹੈ। ਗੁਰੂ ਪਿਆਰਿਓ, ਜਿਵੇਂ 3 ਗੁਣ ਪੈਦਾ ਕੀਤੇ ਪਰਮੇਸ਼ਰ ਨੇ ਮਾਇਆ ਤੋਂ,
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਹਿੰਦੂ ਮਤ ਵਿੱਚ ਉਹਨਾਂ ਨੂੰ ਬਰਮਾ ਵਿਸ਼ਨੂੰ ਮਹੇਸ਼ ਕਹਿਤਾ। ਅਸਲ ਦੇ ਵਿੱਚ ਪਰਮੇਸ਼ਰ ਨੇ ਮਾਇਆ ਤੋਂ ਇਹ ਤਿੰਨ ਗੁਣ ਪੈਦਾ ਕੀਤੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਸ ਤਰ੍ਹਾਂ ਤਿੰਨ ਗੁਣ ਰਜੋ ਤਮੋ ਸਤੋ। ਜਿਹੜਾ ਸ਼ਿਵ ਹੈ ਇਹ ਤਮੋ ਗੁਣੀ ਬਣਾ ਛੱਡਿਆ ਹੈ, ਅਤੇ ਜਿਹੜਾ ਬ੍ਰਹਮਾ ਹੈ ਉਹ ਰਜੋ ਗੁਣੀ ਬਣਾ ਰੱਖਿਆ ਹੈ, ਅਤੇ ਜਿਹੜਾ ਵਿਸ਼ਨੂੰ ਹੈ ਉਹ ਸਤੋ ਗੁਣੀ ਹੈ। ਭਾਵ ਇਹ ਤਿੰਨ ਗੁਣ ਪੈਦਾ ਕੀਤੇ, ਅਤੇ ਤਿੰਨਾਂ ਗੁਣਾਂ ਦੇ ਨਾਲ ਹੀ ਪਰਮੇਸ਼ਰ ਨੇ ਤਿੰਨ ਤਰ੍ਹਾਂ ਦੀ ਸ੍ਰਿਸ਼ਟੀ ਰਚ ਦਿੱਤੀ। ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ। ਇਸ ਤਰ੍ਹਾਂ ਪਰਮੇਸ਼ਰ ਦੇ ਰੰਗ ਹਨ। ਜੋ ਪਰਮੇਸ਼ਰ ਚਾਹੁੰਦਾ ਉਹੀ ਹੁੰਦਾ ਹੈ। ਇੱਕ ਬਚਨ ਹੈ ਨਾ ਗੁਰਬਾਣੀ ਦਾ, ਮਤਾ ਕਰੈ ਪੂਰਬ ਕੀ ਤਾਈ ਪੱਛਮ ਹੀ ਲੈ ਜਾਤ। ਬੰਦਾ ਕੁਝ ਹੋਰ ਸੋਚਦਾ, ਹੋ ਕੁਝ ਹੋਰ ਜਾਂਦਾ ਹੈ। ਬੰਦਾ ਕਹਿੰਦਾ ਮੈਂ ਚੜ੍ਹਦੇ ਵੱਲ ਜਾਵਾਂ ਅਤੇ ਰੱਬ ਉਹਨੂੰ ਛਿਪਦੇ ਵੱਲ ਲੈ ਜਾਂਦਾ। ਭਾਵ ਜੇਤੇ ਰੰਗ ਸਭੇ ਨਾਰਾਇਣ, ਜੇਤੇ ਮਨ ਭਾਵਨ, ਜੋ ਹਰ ਲੋੜੇ ਸੋ ਕਰੇ। ਜੋ ਪਰਮੇਸ਼ਰ ਚਾਹੁੰਦਾ ਉਹੀ ਹੁੰਦਾ, ਹੋਰ ਨਹੀਂ ਹੋ ਸਕਦਾ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਅਤੇ ਜੋ ਪਰਮੇਸ਼ਰ ਚਾਹੁੰਦਾ ਉਹੀ ਹੁੰਦਾ, ਅਤੇ ਜੋ ਪਰਮੇਸ਼ਰ ਚਾਹੁੰਦਾ ਅਸੀਂ ਵੀ ਉਹੀ ਕਰ ਸਕਦੇ ਹਾਂ। ਭਾਵ ਅਸੀਂ ਉਹਦੀਆਂ ਪੁਤਲੀਆਂ ਹਾਂ। ਉਹ ਜਿਵੇਂ ਨਚਾਈ ਜਾਂਦਾ ਆਪਾਂ ਨੱਚੀ ਜਾਂਦੇ ਹਾਂ। ਕਹੋ ਸਤਨਾਮ ਸੀ। ਉਹ ਜਿਵੇਂ ਵੀ ਆਪਾਂ ਨੂੰ ਨਚਾਉਂਦਾ ਆਪਾਂ ਨੱਚੀ ਜਾਂਦੇ ਹਾਂ, ਆਪਾਂ ਉਹਦੀਆਂ ਪੁਤਲੀਆਂ ਹਾਂ। ਜੋ ਹਰ ਲੋੜੇ, ਜੋ ਪਰਮੇਸ਼ਰ ਚਾਹੁੰਦਾ ਉਹੀ ਹੁੰਦਾ। ਸੋਈ ਜੀ ਕਰਨ, ਜੀਵ ਉਵੇਂ ਚੱਲਦੇ ਆ। ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਦੇ ਬਣਾ ਲਿਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਦੇ ਨਾਲ ਜੋੜ ਲਿਆ। ਜੇਕਰ ਜੀਵ ਗੁਰੂ ਦੇ ਉਪਦੇਸ਼ ਦੁਆਰਾ ਉਸ ਪਰਮੇਸ਼ਰ ਦੇ ਨਾਲ ਜੁੜ ਜਾਵੇ ਤਾਂ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧਨ, ਉਹਨਾਂ ਨੂੰ ਧਨ ਕਿਹਾ ਜਾਂਦਾ ਹੈ। ਉਸ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਅੱਗੋਂ ਉਦਮ ਬਖਸ਼ੋ, ਭਗਤੀ ਬਖਸ਼ੋ, ਨਾਮ ਜਪਣ ਦਾ ਸਮਾਂ ਬਖਸ਼ੋ, ਅਸੀਂ ਤੁਹਾਡੇ ਨਾਲ ਮਿਲ ਸਕੀਏ। ਐਸੀ ਅਰਦਾਸ ਕਰੀਏ। ਅਸੀਂ ਵਿਛੜ ਕੇ ਫਿਰ ਕਿਉਂ 84 ਲੱਖ ਜੂਨਾਂ ਵਿੱਚ ਜਾਈਏ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ। ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ। ਐਂ ਤਾਂ ਫਿਰ ਆਪਾਂ ਜੇ ਆਪਣੀ ਮਰਜ਼ੀ ਚੱਲਦੀ ਹੋਵੇ ਤਾਂ ਫਿਰ ਕੋਈ ਗਰੀਬ ਹੋਵੇ ਹੀ ਨਾ। ਇਹ ਮਰਜ਼ੀ ਪਰਮੇਸ਼ਰ ਦੀ ਚੱਲਦੀ ਆ। ਪਰਮੇਸ਼ਰ ਦੀ ਮਰਜ਼ੀ ਨਾਲ ਹੀ ਅਸੀਂ ਗਰੀਬ ਅਮੀਰ ਹਾਂ। ਅਤੇ ਪਰਮੇਸ਼ਰ ਚਾਹੇ ਤਾਂ ਇੱਕ ਦਿਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੇ ਸਵਾਲ ਕੀਤਾ, ਕਿਸੇ ਰਾਜੇ ਨੇ, ਕਿ ਪਰਮੇਸ਼ਰ ਕੀ ਕਰਦਾ ਹੈ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਰਾਜਾ ਸਾਹਿਬ ਤੁਸੀਂ ਮੈਨੂੰ ਪੁੱਛਣ ਲੱਗੇ ਹੋ ਵੀ ਰੱਬ ਕੀ ਕਰਦਾ ਹੈ, ਚੇਲਾ ਬਣ ਕੇ ਪੁੱਛਦੇ ਹੋ ਗੁਰੂ ਬਣ ਕੇ? ਕਹਿੰਦੇ ਜੀ ਸਿੱਖ ਬਣ ਕੇ, ਚੇਲਾ ਬਣ ਕੇ। ਕਹਿੰਦੇ ਫਿਰ ਤੂੰ ਥੱਲੇ ਆ ਕੁਰਸੀ ਤੋਂ, ਇੱਥੇ ਮੈਨੂੰ ਬੈਠਣ ਦੇ। ਕਹਿੰਦੇ ਰਾਜਾ ਥੱਲੇ ਆ ਗਿਆ ਅਤੇ ਪਾਤਸ਼ਾਹ ਕੁਰਸੀ 'ਤੇ ਬਹਿ ਗਏ। ਕਹਿੰਦੇ ਹੁਣ ਪੁੱਛ। ਕਹਿੰਦੇ ਜੀ ਪਰਮੇਸ਼ਰ ਕੀ ਕਰਦਾ? ਕਹਿੰਦੇ ਆਹੀ ਕਰਦਾ, ਹੇਠਲਿਆਂ ਨੂੰ ਕੁਰਸੀਆਂ 'ਤੇ ਬਿਠਾਉਂਦਾ, ਕੁਰਸੀਆਂ ਨੂੰ ਥੱਲੇ ਬਿਠਾ ਦਿੰਦਾ। ਕੋਈ ਸਤਨਾਮ ਸੀ। ਆ ਪਿੱਛੇ ਜੇ ਹੋਇਆ ਨਾ ਸਰਕਾਰਾਂ ਦੇ ਵਿੱਚ ਇੱਦਾਂ ਹੁੰਦਾ ਨਾ, ਕਦੇ ਕਿਸੇ ਨੂੰ ਕੁਰਸੀ 'ਤੇ ਬਿਠਾਤਾ, ਕਦੇ ਕਿਸੇ ਨੂੰ ਲਾਹਤਾ। ਤਾਂ ਇਸੇ ਤਰ੍ਹਾਂ ਇਹ ਕੰਮ ਪਰਮੇਸ਼ਰ ਦੇ ਅਸਲ ਵਿੱਚ, ਬੰਦੇ ਦੇ ਨਹੀਂ, ਪਰਮੇਸ਼ਰ ਦੇ ਆ। ਮੇਰੇ ਪ੍ਰੀਤਮ ਜੀ ਕਹਿੰਦੇ ਆਪਣ ਲੀਆ ਜੇ ਮਿਲੇ, ਜੇ ਬੰਦੇ ਦੀ ਮਰਜ਼ੀ ਚੱਲਦੀ ਹੋਵੇ, ਜੇ ਬੰਦੇ ਦੀ ਮਰਜ਼ੀ ਚੱਲਦੀ ਹੋਵੇ, ਵਿਛੜ ਕਿਉਂ ਰੋਵਨ। ਫਿਰ ਇਹ ਜੀਵ ਰੋਂਦੇ ਕਿਉਂ ਫਿਰਨ। ਅਗਿਆਨਤਾ ਵਸ ਮਨੁੱਖ ਪਰਮੇਸ਼ਰ ਨਾਲ ਜੁੜਦਾ ਨਹੀਂ, ਇਸੇ ਕਰਕੇ ਦੁਖੀ ਆ। ਪਰ ਸੋਚਦਾ ਕਿ ਮੈਂ ਕਰ ਸਕਾਂ, ਮੈਂ ਕਰੂੰਗਾ, ਮੈਂ ਐ ਕਰ ਦੂੰਗਾ। ਥੋੜ੍ਹੀ ਜਿਹੀ ਤਾਕਤ ਆ ਜਾਂਦੀ ਹੈ ਕਿਸੇ ਤਰ੍ਹਾਂ ਦੀ, ਪੈਸੇ ਦੀ, ਸੰਪਤੀ ਦੀ, ਜ਼ਮੀਨ ਜਾਇਦਾਦ ਦੀ ਤਾਕਤ ਆ ਜਾਂਦੀ ਆ। ਉਹ ਕਹਿੰਦਾ ਮੈਂ ਮਾਰ ਦੂੰ, ਮੈਂ ਕਰ ਦੂੰ, ਇਹ ਮੈਂ ਵੜ ਦੂੰ, ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ। ਪਰ ਜਦੋਂ ਪਰਮੇਸ਼ਰ ਉਹਨੂੰ ਥੱਲੇ ਲੈ ਆਉਂਦਾ ਤਾਂ ਫਿਰ ਉਹ ਸੋਚਦਾ ਕੀ ਹੋ ਗਿਆ ਹੈ। ਇਸ ਕਰਕੇ ਬੰਦੇ ਦੀ ਮਰਜ਼ੀ ਨਹੀਂ ਚੱਲਦੀ, ਮਰਜ਼ੀ ਪਰਮੇਸ਼ਰ ਦੀ ਚੱਲਦੀ ਹੈ।
आपन लिया जे मिले विछड़ क्यों रोवन। जे अपनी मर्जी चलती होवे तो फिर सारे ही सुखी होण, फिर दुनिया रोंदी क्यों फिरे, क्यों दुखी होवे दुनिया। असल दे विच परमेश्वर की मर्जी चलती है। सिखो जो प्रभ कीते अपने सेई कहीए धन। जिन्हां नूं परमेश्वर आपदे बना लैंदा वो धन हो जाते हैं, वो परमेश्वर विच मिल के उहदा रूप हो जाते। आओ फिर की करिए, साधु संग प्राप्ते। परमेश्वर दे प्यारियां दी संगत करिए, परमेश्वर दे प्यारियां दा सत्कार करिए। जिवें बाणी विच पातशाह कहंदे, जे को जीओ कहे ओना को जम की तलब ना हुई। जे असी परमेश्वर दे प्यारियां नूं जी आया कहिए, सत्कार दईए, तो सानू भी जमा दे वस नहीं पैना पैंदा। क्योंकि जिस तरह संसार दे विच कोई किसी मंत्री दे नाल दोस्ती होवे किसी दी, वो कहंदा मैनू हेठली पुलिस वाले की कह सकते हैं। जे उत्ते प्रधान मंत्री नाल दोस्ती पै जाए किते, फिर कहना मैनू हेठले मंत्री की कह सकते हैं। तो इस करके गुरु प्यारे हो, जे परमेश्वर दे नाल दोस्ती पै जाए फिर सारी दुनिया ही अंडर हो सकती है। फरीद बाबा जी कहते, फरीदा आप सवारे मैं मिलिया सुख होए। जे तू मेरा होए रहे सब जग तेरा होए। जे तू मेरा बन जावे सारी दुनिया तेरी बना दे। साधु संग प्राप्त, रब दे प्यारियां दी संगत करके इन्हां रंगां नूं माणिया जा सकदा है। हर जेठ रंगीला तिस धनी जिसकै भाग मथन। धनी हुंदा मालक, उन्हां दा परमेश्वर मालक बन जावेगा। रंगीला जिहड़ा तरह तरह के रंग विखाउंदा है, रंगी रंगी भांति कर कर जिनसी माया जिन उपाई। जिहड़ा तरह तरह के रंग विखाउंदा है, जे वो आपदा बनाउणा है तो फिर उहदे प्यारियां दी संगत करिए, उन्हां दा सत्कार करिए। साधु संग प्राप्ते नानक रंग मानन। हर जेठ रंगीला तिस धनी। वो वड्डा परमेश्वर, जेठ का मतलब इत्थे आ वड्डा, वो परिपूर्ण परमेश्वर परमात्मा हरि जिहड़ा है रंगीला तरह तरह रंगां वाला, तिस धनी उहदा मालक बन जावेगा। जिस कै भाग मथन, जिन्हां दे मत्थे दे वड्डे भाग हुंदे आ। ते मत्थे दे वड्डे भाग काहदे नाल बनदे आ? सेवा सिमरन दे नाल। गुरु किरपा करन। खैर ये सी जेठ का महीना। जेठ के महीने दे विच जिस तरह गुरु प्यारो असी गर्मी दे विच दरख्तां दा आसरा लैने आ, इस तरह ही संसार के दुखों तो बचन वास्ते गुरु के चरणों का आसरा लिया जाता है। जेठ ते हाड़ के महीने विच एक रुत चलती है गर्मी की, अगे सौण भादों आ जाती है, फिर मीहां की रुत बारिश की रुत चल पैंदी है। खैर आपां जेठ की गल कीती, अज कल नूं हाड़ के महीने विच भाव अगले शब्द राही धन धन श्री गुरु अर्जन देव जी महाराज की कहते हैं, कल नूं सरवण करांगे। विचारां इत्थे रोकण की आग्या बख्शो। बोलदियां ने आखर बाद घाट हो जाते। सिख संगतां ते सतगुरु बख्शण योग है, बख्श लैना जी। समाप्ति करिए। मिलाओ फतेह पाओ फतेह। वाहिगुरू जी का खालसा, वाहिगुरू जी की फतेह।